ਚਾਹੇ ਕਿਸੇ ਕਿਸਾਨਾਂ ਤੇ ਟਰੈਕਟਰ ਚੜਾ ਦੇ, ਪਾਰਟੀ ਪ੍ਰਧਾਨ ਦਾ ਮੁੰਡਾ ਚਾਹੇ ਕੁੜੀਆਂ ਦੀਆਂ ਇੱਜ਼ਤਾਂ ਲੁੱਟ ਲਵੇ, ਚਾਹੇ ਫਿਰ ਉਹ ਕੋਈ ਵਿਧਾਇਕ ਕਿਸੇ ਨਾਲ ਰੰਗ ਰਲੀਆਂ ਮਨਾਉਂਦਾ ਹੈ ਸ਼ਰਿਆਂ ਫੜਿਆ ਜਾਵੇ ਤੇ ਉਹਦੀ ਮੈਂਬਰਸ਼ਿਪ ਹੀ ਨਾ ਰੱਦ ਹੋਵੇ। ਕਿ ਜਿਹੜੇ ਲੋਕ ਖੁਦ ਕਾਨੂੰਨ ਬਣਾਉਂਦੇ ਆ, ਖਾਸ ਤੌਰ ਤੇ ਚੋਣਾਂ ਲੜਨ ਦੇ ਵੇਲੇ ਉਹਨਾਂ ਲੋਕਾਂ ਦੇ ਉੱਤੇ ਪਰਮਨੈਂਟ ਰੋਕ ਲੱਗਣੀ ਚਾਹੀਦੀ ਆ, ਖਾਸ ਕਰ ਉਦੋਂ ਜਦੋਂ ਉਹ ਕਿਸੇ ਵੀ ਅਪਰਾਧ ਦੇ ਵਿੱਚ ਉਹਨਾਂ ਦੇ ਉੱਤੇ ਦੋਸ਼ ਜਿਹੜੇ ਆ ਤੈਅ ਹੋ ਜਾਂਦੇ ਆ ਤੇ ਉਹ ਅਪਰਾਧੀ ਦੇ ਵਜੋਂ ਸਜ਼ਾ ਜਿਹੜੀ ਆ ਭੁਗਤਦੇ ਆ। ਉਸ ਤੋਂ ਬਾਅਦ ਹਮੇਸ਼ਾ ਦੇ ਲਈ ਤਾਂ ਉਮਰ ਉਹਨਾਂ ਦੇ ਉੱਤੇ ਰੋਕ ਹੋਣੀ ਚਾਹੀਦੀ ਆ। ਠੀਕ ਹੈ, ਚੰਗੀ ਗੱਲ ਹੈ, ਇੱਕ ਵਾਰ ਫਿਰ ਤੋਂ ਕੋਸ਼ਿਸ਼ ਹੋਈ ਹੈ, ਪਟੀਸ਼ਨ ਪਾਈ ਗਈ ਹੈ ਔਰ ਇਸ ਦੇ ਬਾਰੇ ਮੰਗ ਉੱਠੀ ਹੈ। ਇਹ ਪਹਿਲੀ ਵਾਰੀ ਨਹੀਂ ਉੱਠੀ ਰਮਨ ਜੀ, ਇਹ ਪਹਿਲਾਂ ਵੀ ਉੱਠਦੀ ਰਹੀ ਹੈ। ਸਵਾਲ ਇਹ ਹੈ ਕਿ ਜੇਕਰ ਇਹ ਚੀਜ਼ ਲਾਗੂ ਹੋ ਜਾਂਦੀ ਹੈ, ਮੁਲਕ ਦੀ ਰਾਜਨੀਤੀ ਚੋਂ ਪਰਿਵਾਰਵਾਦ ਦਾ ਸਫਾਇਆ ਹੋ ਕੀ ਜਿਹੜੀਆਂ ਸਿੱਧੇ ਤੌਰ ਤੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਇਹਦੇ ਵਿੱਚ ਕੋਈ ਭੂਮਿਕਾ ਅਦਾ ਕਰ ਸਕਦੀ ਆ ਜਾਂ ਸੰਭਵ ਨਹੀਂ ਹੈ? ਨਹੀਂ ਹੈ, ਸੰਭਵ ਹੈ। ਇਹ ਜ਼ਰੂਰ ਬਣਨਾ ਚਾਹੀਦਾ ਹੈ, ਇਸ ਕਰਕੇ ਬਣਨਾ ਚਾਹੀਦਾ ਹੈ ਕਿ ਜੇ ਕਾਨੂੰਨ ਹੋਣ ਦੇ ਵਿੱਚ ਆ ਜਾਂਦਾ ਹੈ ਔਰ ਇਹ ਲਾਗੂ ਹੋ ਜਾਂਦਾ ਹੈ, ਮੁਲਕ ਦੀ ਰਾਜਨੀਤੀ ਦੀ 50% ਉਹ ਸਮੱਸਿਆ ਹੱਲ ਹੋ ਜਾਏਗੀ ਜਿਹਦੇ ਕਰਕੇ ਮੁਲਕ ਦੇ ਵਿੱਚ ਬੜੀਆਂ ਉਲਝਣਾ ਤੇ ਤਾਣੀ ਪੁੱਠੀ ਪਈ ਹੋਈ ਹੈ। ਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਕਿਸਾਨਾਂ ਦੀ ਜਿਹੜੀ ਖਬਰ ਹੁੰਦੀ ਨਾ, ਹੁਣ ਅਖਬਾਰਾਂ 'ਚ ਅਸੀਂ ਨਾਰਮਲ ਲੈਣ ਲੱਗ ਪਏ। 2-3 ਕਿਸਾਨਾਂ ਦੀ ਤਾਂ ਕੱਲ ਹੀ ਸੁਸਾਈਡ ਦੀ ਖਬਰ ਜਿਹੜੀ ਅਖਬਾਰ ਤੇ ਸੀ, ਅੱਜ ਵੀ 2 ਸੀਗੀਆਂ। ਕੀ ਹੁਣ ਅਸੀਂ ਇਹਨਾਂ ਖਬਰਾਂ ਨੂੰ ਵੀ ਲਾਈਟ ਲੈਣ ਲੱਗ ਜਾਾਂਗੇ ਤੇ ਅਖਬਾਰ ਦੇ ਪੰਨੇ ਪਲਟ ਦਿਆ ਕਰਾਂਗੇ? ਦੁਨੀਆ ਭਰ ਨੂੰ ਪਤਾ ਕੈਨੇਡਾ ਦੇ ਅੰਦਰ ਕੀ ਚੱਲ ਰਿਹਾ ਹੈ। ਜਿਸ ਮੁਲਕ ਦੇ ਵਿੱਚ ਰੈਸੈਸ਼ਨ ਦਾ ਦੌਰ ਹੋਵੇ, ਉਹ ਮੁਲਕ ਕਦੋਂ ਕਿਸੇ ਨੂੰ ਕਹੇਗਾ ਕਿ ਸਾਡੇ ਮੁਲਕ ਨਾ ਆਓ। ਮਨਜੋਤ ਦਾ ਮੈਂ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਮਨਜੋਤ ਸਿੰਘ ਆ, ਜਿਹੜਾ ਪਟਿਆਲੇ ਵਾਲਾ, ਜਿਹਦੀ ਮੌਤ ਹੋਈ ਆ, ਸਿਰਫ 1 ਮਹੀਨਾ ਪਹਿਲਾਂ ਉਹ ਗਿਆ ਹੈਗਾ ਤੇ ਕਲਾਸ ਦੇ ਪਹਿਲੇ ਦਿਨ ਹੀ ਉਹਨੂੰ ਹਾਰਟ ਅਟੈਕ ਆਉਂਦਾ ਤੇ ਉਹਦੀ ਡੈਥ ਹੋ ਜਾਂਦੀ ਆ। ਪਰ ਹੁਣ ਕਿਸਾਨ ਖੁਦਕੁਸ਼ੀਆਂ ਤੋਂ ਬਾਅਦ, ਕਿਸਾਨ ਕਰਜ਼ੇ ਤੋਂ ਬਾਅਦ ਵਿਦੇਸ਼ਾਂ 'ਚੋਂ ਸਾਡੇ ਧੀਆਂ ਪੁੱਤਾਂ ਦੀਆਂ ਆ ਰਹੀਆਂ ਲੋਥਾਂ ਜਿਹੜੀਆਂ ਨੇ, ਲਾਸ਼ਾਂ ਨੇ, ਉਹ ਬਹੁਤ ਪੀੜਾ ਦਿੰਦੀਆਂ ਨੇ। ਮਨ ਦੇ ਵਿੱਚ ਇੱਕ ਟੀਸ ਉੱਠਦੀ ਆ ਵੀ ਇਦਾਂ ਕਿਉਂ। ਕਿਹਾ ਜਾਂਦਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੇ ਜੇ ਖੁਦ ਹਰ ਇੱਕ ਚੀਜ਼ ਦੇ ਪੱਖੋਂ ਨਿਪੁੰਨ ਹੋਣ, ਖੁਦ ਆਪਣੇ ਆਚਰਣ ਦੇ ਵਿੱਚ, ਆਪਣੇ ਕਿਰਦਾਰ ਦੇ ਵਿੱਚ ਵਧੀਆ ਹੋਣ, ਤੇ ਫਿਰ ਹੀ ਉਹਨਾਂ ਕਾਨੂੰਨਾਂ ਨੂੰ ਉਹ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਲਾਗੂ ਕਰ ਸਕਦੇ ਆ। ਪਰ ਦਿੱਕਤ ਇਸ ਵੇਲੇ ਇਹ ਹੈ ਕਿ ਜਿਹੜੇ ਲੋਕ ਕਾਨੂੰਨ ਬਣਾਉਂਦੇ ਆ, ਸੰਸਦ ਦੇ ਵਿੱਚ ਜਾ ਕੇ ਬੈਠੇ ਹੋਏ ਆ, ਉਹਨਾਂ ਦੇ ਆਪਣੇ ਕਿਰਦਾਰਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਤੇ ਇਸ ਚੀਜ਼ ਨੂੰ ਉਜਾਗਰ ਕਰਨ ਦੇ ਲਈ ਹੁਣ ਕੁਝ ਲੋਕ ਜਿਹੜੇ ਆ ਤਤਪਰ ਹੋਏ ਆ ਔਰ ਸੁਪਰੀਮ ਕੋਰਟ ਤੱਕ ਇਹ ਮਾਮਲਾ ਪਹੁੰਚ ਗਿਆ, ਜਿਸ ਦੇ ਵਿੱਚ ਸਵਾਲ ਉੱਠਿਆ ਹੈ ਕਿ ਜਿਹੜੇ ਲੋਕ ਖੁਦ ਕਾਨੂੰਨ ਬਣਾਉਂਦੇ ਆ, ਖਾਸ ਤੌਰ ਤੇ ਚੋਣਾਂ ਲੜਨ ਦੇ ਵੇਲੇ ਉਹਨਾਂ ਲੋਕਾਂ ਦੇ ਉੱਤੇ ਪਰਮਨੈਂਟ ਰੋਕ ਲੱਗਣੀ ਚਾਹੀਦੀ ਆ, ਖਾਸ ਕਰ ਉਦੋਂ ਜਦੋਂ ਉਹ ਕਿਸੇ ਵੀ ਅਪਰਾਧ ਦੇ ਵਿੱਚ ਉਹਨਾਂ ਦੇ ਉੱਤੇ ਦੋਸ਼ ਜਿਹੜੇ ਆ ਤੈਅ ਹੋ ਜਾਂਦੇ ਆ ਤੇ ਉਹ ਅਪਰਾਧੀ ਦੇ ਵਜੋਂ ਸਜ਼ਾ ਜਿਹੜੀ ਆ ਭੁਗਤਦੇ ਆ। ਉਸ ਤੋਂ ਬਾਅਦ ਹਮੇਸ਼ਾ ਦੇ ਲਈ ਤਾਂ ਉਮਰ ਉਹਨਾਂ ਦੇ ਉੱਤੇ ਰੋਕ ਹੋਣੀ ਚਾਹੀਦੀ ਆ, ਕੋਈ ਕਿਸੇ ਵੀ ਤਰ੍ਹਾਂ ਦੀ ਚੋਣ ਜਿਹੜੀ ਆ ਨਾ ਲੜ ਸਕਣ। ਸੋ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਕਰਨੀ ਕਿੰਨੀ ਕੁ ਜ਼ਰੂਰੀ ਸੀ, ਇਹਦੇ ਵੱਲ ਹੁਣੀ ਧਿਆਨ ਕਿਉਂ ਗਿਆ, ਕਿ ਪਹਿਲਾਂ ਵੀ ਕਦੇ ਧਿਆਨ ਗਿਆ ਸੀ ਜਾਂ ਨਹੀਂ, ਇਹਨਾਂ तमाम ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਸਾਥੀ ਨਵਜੋਤ ਧਾਲੀਵਾਲ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ, ਬਹੁਤ-ਬਹੁਤ ਸਵਾਗਤ ਜੀ। ਮੈਂ ਪਹਿਲਾਂ ਭੂਮਿਕਾ ਬੰਨ ਹੀ ਦਿੱਤੀ ਹੈ ਕਿ ਇਸ ਚੀਜ਼ ਦੇ ਬਾਰੇ 'ਚ ਸ਼ਾਇਦ ਬਹੁਤ ਵਾਰੀ ਸਾਡਾ ਧਿਆਨ ਜਾਂਦਾ ਵੀ ਆ, ਖਾਸ ਤੌਰ ਤੇ ਆਮ ਲੋਕ ਜਦੋਂ ਸਰਵਾਈਵ ਕਰਦੇ ਆ ਇਸ ਚੀਜ਼ ਦੇ ਬਾਬਤ, ਕਿ ਇੱਕ ਛੋਟਾ ਜਿਹਾ ਦੋਸ਼ ਹੁੰਦਾ ਤੇ ਉਹਨਾਂ ਨੂੰ ਚੱਕ ਕੇ ਸਜ਼ਾ ਮਿਲ ਜਾਂਦੀ ਆ, ਜਾਂ ਬਾਹਰੀ ਤੌਰ ਤੇ ਵੀ ਸਮਾਜਿਕ ਤੌਰ ਤੇ ਉਹਨਾਂ ਨੂੰ ਬਹੁਤ ਪੀੜਿਤ ਕੀਤਾ ਜਾਂਦਾ। ਪਰ ਵੱਡੇ ਅਪਰਾਧ ਕਰਕੇ ਸੰਸਦ ਦੇ ਵਿੱਚ ਬੈਠਿਆ ਤੇ ਇਸ ਵੇਲੇ ਗਿਣਤੀ ਜਿਹੜੀ ਆ, ਕਹਿ ਸਕਦੇ ਆ ਕਿ ਅੰਕੜੇ ਬਹੁਤ ਜ਼ਿਆਦਾ ਵੱਡੇ ਹੋ ਗਏ ਆ। ਕਿੰਨਾ ਕੁ ਜ਼ਰੂਰੀ ਸੀ ਇਸ ਚੀਜ਼ ਵੱਲ ਧਿਆਨ ਲੈ ਕੇ ਜਾਣਾ, ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਕਿਹੜੇ ਲੋਕਾਂ ਨੇ ਖਾਸ ਜਿਹੜਾ ਇਹ ਤਰੱਦਦ ਕੀਤਾ? ਧਿਆਨ ਤਾਂ ਗਿਆ ਹੋਇਆ ਸੀ, ਮਸਲਾ ਮੰਨਣ ਤੋਂ ਇਨਕਾਰੀ ਹੋਣ ਦਾ ਜੀ। ਜੇ ਤੁਹਾਡੇ 40% ਸੰਸਦ ਦੇ ਮੈਂਬਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹੋਣ, 44% ਤੁਹਾਡੇ ਵਿਧਾਨ ਸਭਾਵਾਂ ਦੇ ਮੈਂਬਰ ਸਾਹਮਣਾ ਕਰ ਰਹੇ ਹੋਣ ਜੀ, 28% ਉਹ ਬੰਦੇ ਜਿਹੜੇ ਬਿਲਕੁਲ ਸੰਗੀਨ ਦੋਸ਼ ਨੇ, ਜਿਹੜੇ ਕਿ ਸ਼ੋਸ਼ਣ ਦੇ ਦੋਸ਼ ਨੇ ਜੀ, ਉਹਨਾਂ ਦਾ ਸਾਹਮਣਾ ਕਰ ਰਹੇ ਹੋਣਗੇ, ਤੁਸੀਂ ਆਪ ਸੋਚੋ ਇਹ ਤਾਣਾ ਬਾਣਾ ਕਿਸ ਆਧਾਰ ਤੇ, ਕਿਸ ਲਿਹਾਜ਼ ਤੇ ਚੱਲ ਰਿਹਾ ਹੋਊਗਾ। ਬਿਲਕੁਲ ਹੁਣ ਉਹ ਬੰਦਿਆਂ ਨੇ, ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹਨਾਂ ਨੇ ਕਾਨੂੰਨ ਬਣਾਉਣੇ ਨੇ, ਤੇ ਅਜਿਹੇ ਕਾਨੂੰਨ ਕਿਉਂ ਬਣਨਗੇ ਕਿ ਜਿਨ੍ਹਾਂ ਦੇ ਨਾਲ ਉਹ ਆਪ ਕਟਹਿਰੇ ਦੇ ਵਿੱਚ ਆਉਣਗੇ, ਉਹ ਕਦੇ ਵੀ ਨਹੀਂ ਬਣਨਗੇ। ਠੀਕ ਹੈ, ਚੰਗੀ ਗੱਲ ਹੈ, ਇੱਕ ਵਾਰ ਫਿਰ ਤੋਂ ਕੋਸ਼ਿਸ਼ ਹੋਈ ਹੈ, ਪਟੀਸ਼ਨ ਪਾਈ ਗਈ ਹੈ ਔਰ ਇਸ ਦੇ ਬਾਰੇ ਮੰਗ ਉੱਠੀ ਹੈ। ਇਹ ਪਹਿਲੀ ਵਾਰੀ ਨਹੀਂ ਉੱਠੀ ਰਮਨ ਜੀ, ਇਹ ਪਹਿਲਾਂ ਵੀ ਉੱਠਦੀ ਰਹੀ ਹੈ, ਇਹ ਕੋਈ ਨਵੀਂ ਗੱਲ ਨਹੀਂ। ਪਰ ਗੱਲ ਇਹ ਹੈ ਕਿ ਇਹ ਹੁਣ ਤੱਕ ਹੁੰਦਾ ਕਿਉਂ ਨਹੀਂ। ਸਵਾਲ ਇਹ ਹੈ ਕਿ ਜੇਕਰ ਇਹ ਚੀਜ਼ ਲਾਗੂ ਹੋ ਜਾਂਦੀ ਹੈ,
ਮੁਲਕ ਦੀ ਰਾਜਨੀਤੀ ਚੋਂ ਪਰਿਵਾਰਵਾਦ ਦਾ ਸਫਾਇਆ ਹੋ ਜਾਏਗਾ। ਇਹ ਉਹੀ ਬੰਦੇ ਆ ਜਿਹੜੇ ਕਿ ਪਰਿਵਾਰਾਂ ਚੋਂ ਆਏ ਹੋਏ ਹੁੰਦੇ ਆ, ਪਰਿਵਾਰਾਂ ਚੋਂ ਚੱਲ ਰਹੇ ਹੁੰਦੇ ਆ, ਜਾਂ ਤਾਂ ਉਹ ਐਮਐਲਏ ਦੇ ਪਿਓ ਹੁੰਦੇ ਆ, ਜਾਂ ਪੁੱਤ ਹੁੰਦੇ ਆ, ਜਾਂ ਧੀ ਹੁੰਦੇ ਆ, ਜਾਂ ਮਾਂ ਹੁੰਦੇ ਆ ਜੀ। ਤੇ ਉਹਨਾਂ ਨੂੰ ਨਾ ਤਾਂ ਪੁਲਿਸ ਅਫਸਰਾਂ ਦਾ ਡਰ ਹੁੰਦਾ ਤੇ ਨਾ ਕਿਸੇ ਕਾਨੂੰਨ ਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਦੋਂ ਅਸੀਂ ਸਿਸਟਮ ਦੇ ਅੰਦਰ ਹੋਵਾਂਗੇ ਤੇ ਸਿਸਟਮ ਸਾਡੇ ਅੰਡਰ ਹੋਏਗਾ ਤੇ ਉਸ ਦੇ ਅਨੁਸਾਰ ਅਸੀਂ ਆਪਣੀਆਂ ਮਨਾਈਆਂ ਜੋ ਮਰਜ਼ੀ ਕਰ ਲਾਂਗੇ ਜੀ। ਚਾਹੇ ਕਿਸੇ ਕਿਸਾਨਾਂ ਤੇ ਟਰੈਕਟਰ ਚੜਾ ਦਿਓ, ਚਾਹੇ ਕਿਸੇ ਸੂਬੇ ਦਾ ਪਾਰਟੀ ਪ੍ਰਧਾਨ ਦਾ ਮੁੰਡਾ ਚਾਹੇ ਕੁੜੀਆਂ ਦੀ ਇੱਜ਼ਤਾਂ ਲੁੱਟ ਲਵੇ, ਚਾਹੇ ਫਿਰ ਉਹ ਕੋਈ ਵਿਧਾਇਕ ਕਿਸੇ ਨਾਲ ਰੰਗ ਰਲੀਆਂ ਮਨਾਉਂਦਾ ਹੋਏ ਸ਼ਰੇਆਮ ਫੜਿਆ ਜਾਵੇ ਤੇ ਉਹਦੀ ਮੈਂਬਰਸ਼ਿਪ ਹੀ ਨਾ ਰੱਦ ਹੋਵੇ। ਸੋ ਇਹ ਸਾਰੀਆਂ ਉਦਾਹਰਨਾਂ ਲੋਕ ਜਾਣਦੇ ਆ ਬਾਖੂਬੀ, ਨਾਮ ਲੈਣ ਦੀ ਜ਼ਰੂਰਤ ਨਹੀਂ ਕਿ ਇਹ ਬੰਦੇ ਸਿਰਫ ਇਸ ਕਰਕੇ ਕਾਨੂੰਨ ਦਾ, ਇਸ ਚੀਜ਼ ਨੂੰ ਕਾਨੂੰਨ ਦਾ ਹਿੱਸਾ ਨਹੀਂ ਬਣਨ ਦੇਣਾ ਚਾਹੁੰਦੇ ਕਿ ਸਾਡੀਆਂ ਇਹ ਇਯਾਸ਼ ਪ੍ਰਸਤੀਆਂ, ਸਾਡੀਆਂ ਇਹ ਮਨ ਮਰਜ਼ੀਆਂ ਹਮੇਸ਼ਾ ਲਈ ਖਤਮ ਹੋਣਗੀਆਂ। ਪਰ ਮੇਰਾ ਇਹ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਇਹ ਜ਼ਰੂਰ ਬਣਨਾ ਚਾਹੀਦਾ ਹੈ, ਇਸ ਕਰਕੇ ਬਣਨਾ ਚਾਹੀਦਾ ਹੈ ਕਿ ਜੇ ਇਹ ਕਾਨੂੰਨ ਹੋਣ ਦੇ ਵਿੱਚ ਆ ਜਾਂਦਾ ਹੈ ਔਰ ਇਹ ਲਾਗੂ ਹੋ ਜਾਂਦਾ ਹੈ, ਮੁਲਕ ਦੀ ਰਾਜਨੀਤੀ ਦੀ 50% ਉਹ ਸਮੱਸਿਆ ਹੱਲ ਹੋ ਜਾਏਗੀ ਜਿਹਦੇ ਕਰਕੇ ਮੁਲਕ ਦੇ ਵਿੱਚ ਬੜੀਆਂ ਉਲਝਣਾ ਤੇ ਤਾਣੀ ਪੁੱਠੀ ਪਈ ਹੋਈ ਹੈ, ਉਲਝੀ ਪਈ ਆ ਪੂਰੀ। ਇਸ ਜੇਕਰ ਆਹ ਵਾਲੀ ਨੱਥ ਪੈ ਜਗੀ ਨਾ, ਉਸ ਤੋਂ ਬਾਅਦ ਇਹ ਸਾਰਾ ਕੁਝ ਸੁਲਝ ਜਾਣਾ ਹੈ। ਔਰ ਮੈਂ ਤੁਹਾਨੂੰ ਇਹ ਵੀ ਦਾਵਾ ਕਰਦਾ ਕਿ ਬਹੁਤ ਸਾਰੇ ਨਵੇਂ ਲੋਕਾਂ ਨੂੰ ਮੌਕਾ ਮਿਲਣਾ ਹੈ। ਬਿਲਕੁਲ ਨਵੀਂ ਸੋਚ ਨੇ ਜਦੋਂ ਅੱਗੇ ਆਉਣਾ ਤੇ ਉਹਦੇ ਵਿੱਚੋਂ ਕਈ ਨਵੇਂ ਆਯਾਮ ਫੁੱਟਣ ਦੀ ਵੀ ਇੱਕ ਆਸ ਜਿਹੜੀ ਉਹ ਬੱਝੀ ਹੋਈ ਹੈ। ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਹੈ ਕਿ ਵੀ ਇਹ ਕਿਉਂਕਿ ਆਪ ਹੀ ਬੈਠੇ ਆ, ਕਾਨੂੰਨ ਇਹਨਾਂ ਨੇ ਬਣਾਉਣਾ ਹੁੰਦਾ ਤੇ ਖੁਦ ਜਿਹੜੇ ਜਿੰਨੀ ਤੁਸੀਂ ਪਰਸੈਂਟੇਜ ਦੱਸੀ ਹੈ ਤੇ ਮੈਨੂੰ 100 ਦੇ ਵਿੱਚੋਂ ਜੇ ਸਾਰੇ ਮਾਮਲੇ ਮਿਲਾ ਕੇ ਵੀ ਕਰ ਲਈਏ ਤੇ 70-75% ਤਕਰੀਬਨ ਸ਼ਾਇਦ ਬਣੀ ਜਾਂ ਇਸ ਤੋਂ ਜ਼ਿਆਦਾ ਬਣ ਰਿਹਾ ਹੋਊਗਾ। ਇਹਨਾਂ ਨੇ ਹੀ ਤਾਂ VOTING ਕਰਕੇ, ਇਹਨਾਂ ਨੇ ਹੀ ਤਾਂ ਬਹੁਮਤ ਜਤਾ ਕੇ ਇਹਨੂੰ ਕਾਨੂੰਨੀ ਰੂਪ ਦੇ ਵਿੱਚ ਲੈ ਕੇ ਆਉਣਾ। ਪਰ ਇਹ ਜਿਹੜਾ ਸ਼ਾਇਦ ਜਿਵੇਂ ਮੌਜੂਦਾ ਹਾਲਾਤ ਹੈਗੇ ਸੰਭਵ ਨਹੀਂ, ਕਿਉਂਕਿ ਮੈਕਸਿਮਮ ਜਿਹੜੇ ਕ੍ਰਿਮੀਨਲ ਜਿਨ੍ਹਾਂ ਦੇ ਉੱਤੇ ਕੇਸ ਹੈਗੇ, ਅਪਰਾਧਿਕ ਕੇਸ ਹੈਗੇ, ਉਹ ਬੰਦੇ ਸੰਸਦ ਦੇ ਵਿੱਚ ਬੈਠੇ ਆ। ਕੀ ਜਿਹੜੀ ਆ ਸਿੱਧੇ ਤੌਰ ਤੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਇਹਦੇ ਵਿੱਚ ਕੋਈ ਭੂਮਿਕਾ ਅਦਾ ਕਰ ਸਕਦੀ ਆ ਜਾਂ ਸੰਭਵ ਨਹੀਂ ਹੈ? ਨਹੀਂ ਹੈ, ਸੰਭਵ ਹੈ। ਪਰ ਗੱਲ ਇਹ ਹੈ ਕਿ ਮੈਂ ਜਿਹੜੀ ਤੁਹਾਨੂੰ ਪਹਿਲਾਂ ਉਦਾਹਰਨ ਕਹੀ ਹੈ, ਸਿਸਟਮ ਦੇ ਅੰਦਰ ਹੋਣਾ ਤੇ ਸਿਸਟਮ ਅੰਡਰ ਹੋਣਾ ਜੀ, ਇਹ ਬਹੁਤ ਵੱਡੀ ਸਮੱਸਿਆ ਹੈ। ਜਦੋਂ ਤੱਕ ਇਹ ਸਾਰਾ ਕੁਝ, ਹੁਣ ਤੁਸੀਂ ਇਹ ਦੇਖੋ ਅੱਜ ਓਪੋਜੀਸ਼ਨ ਦੀਆਂ ਉਹੀ ਸਾਰੀਆਂ ਪਾਰਟੀਆਂ ਮੌਜੂਦਾ ਸਰਕਾਰ ਦੇ ਉੱਤੇ ਇਲਜ਼ਾਮ ਲਾਉਂਦੀਆਂ ਨੇ ਕਿ ਈਡੀ ਇਹਨਾਂ ਦੀ ਗੁਲਾਮ ਹੈ, ਸੀਬੀਆਈ ਇਹਨਾਂ ਦੀ ਗੁਲਾਮ ਹੈ, ਐਨਆਈਏ ਇਹਨਾਂ ਦੀ ਗੁਲਾਮ ਹੈ, ਇਸ ਤਰੀਕੇ ਦੇ ਕਿ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਸਾਡੀ ਫੜੋ-ਫੜੀ ਦਾ ਕੰਮ ਚੱਲ ਰਿਹਾ ਜੀ। ਤੇ ਜੇ ਇਹਨਾਂ ਦੀ ਗੁਲਾਮ ਇਹਨਾਂ ਨੇ ਬਣਾਈ ਹੈ ਤੇ ਉਹ ਇਹਨਾਂ ਨੇ ਵੀ ਕੋਈ ਪੈਟਰਨ ਕਿਤੋਂ ਅਡਾਪਟ ਕੀਤਾ ਹੋਏਗਾ। ਬਿਲਕੁਲ ਸਹੀ। ਤੇ ਜਦੋਂ ਤੁਹਾਡੇ ਵੇਲੇ ਕਿਹਾ ਜਾਂਦਾ ਸੀਗਾ ਸੀਬੀਆਈ ਤੋਤੇ ਦਾ ਪਿੰਜਰਾ, ਤੇ ਗੱਲ ਇਹ ਹੈ ਕਿ ਜਦੋਂ ਤੁਸੀਂ ਆਪ ਉਹਨਾਂ ਚੀਜ਼ਾਂ ਦੇ ਹਿੱਸਾ ਰਹੇ ਹੁੰਦੇ ਹੋ ਤੇ ਬਾਅਦ ਚ ਤੁਹਾਨੂੰ ਉਹਦਾ ਭੁਗਤ ਭੋਗੀ ਬਣਨਾ ਪੈਂਦਾ। ਸੋ ਹੱਥਾਂ ਨਾਲ ਦੇਣੀਆਂ ਜਿਹੜੀਆਂ ਸੋਚ ਸਮਝ ਕੇ ਚਾਹੀਦੀਆਂ, ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ, ਫਿਰ ਉਹ ਹੁਣ ਪੈ ਵੀ ਰਹੀਆਂ ਨੇ ਸਿਸਟਮ ਦੇ ਵਿੱਚ। ਬਿਲਕੁਲ। ਮੈਂ ਇੱਕ ਤੁਸੀਂ ਹੋਰ ਗੱਲ ਦੇਖਣਾ, ਤੁਸੀਂ ਮੁਲਕ ਦੀ ਛੱਡੋ, ਤੁਸੀਂ ਪੰਜਾਬ ਦੀ ਰਾਜਨੀਤੀ ਦੇਖੋ। ਪੰਜਾਬ ਦੀ ਰਾਜਨੀਤੀ ਦੇ ਵਿੱਚ ਜੇਕਰ ਘਰ ਵਾਲਾ ਵਿਧਾਨ ਸਭਾ ਦਾ ਮੈਂਬਰ ਹੈ ਤੇ ਘਰ ਵਾਲੀ ਲੋਕ ਸਭਾ ਦੀ ਪੌੜੀਆਂ ਚੜ੍ਹਦੀ ਆ ਜੀ, ਜੇ ਬੰਦਾ ਲੋਕ ਸਭਾ ਦਾ ਚੜ੍ਹ ਰਿਹਾ ਹੈ ਤਾਂ ਔਰਤ ਜਿਹੜੀ ਹੈ ਵਿਧਾਨ ਸਭਾ ਦੀ ਚੜ੍ਹ ਰਹੀ ਹੈ। ਔਰ ਇੱਕ ਘਰ 'ਚ ਨਹੀਂ, ਜੇਕਰ ਲੋਕਾਂ ਦਾ ਖਾਸ ਕਰਕੇ ਇਸ ਉਹ ਤੋਂ ਬਾਅਦ ਨਜ਼ਰੀਆ ਇੱਕ ਪਰਿਵਾਰ ਪ੍ਰਤੀ ਜਾਵੇ ਜੀ, ਇਹ ਮਾਲਵੇ ਤੋਂ ਲੈ ਕੇ ਮਾਝੇ ਤੱਕ ਬਹੁਤ ਸਾਰੇ ਪਰਿਵਾਰ ਨੇ। ਸੋ ਮੈਂ ਉਸ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ ਜੀ। ਜਦੋਂ ਹੁਣ ਇਹ ਜਿਹੜੇ ਤੁਸੀਂ ਕਹਿ ਰਹੇ ਸੀਗੇ ਕਿ 70% ਬਣ ਗਿਆ, ਗੱਲ ਤਾਂ ਇਹ 40-45% ਦੀ ਹੈ, ਪਰ ਉੱਪਰ ਵੀ ਉਹੀ ਨੇ ਤੇ ਥੱਲੇ ਵੀ ਉਹੀ ਨੇ। ਸਦਨ ਦੇ ਉੱਪਰਲੇ ਹਿੱਸੇ 'ਚ ਵੀ ਉਹੀ ਨੇ ਤੇ ਹੇਠਲੇ ਸਦਨਾਂ ਦੇ ਵਿੱਚ ਵੀ ਉਹੀ ਬੰਦੇ ਬੈਠੇ ਆ। ਫਿਰ ਉਸ ਤੋਂ ਬਾਅਦ ਤਾਣੀ ਇੰਨੀ ਉਲਝੀ ਹੋਈ ਹੈ, ਆਪਣੇ ਹੀ ਬੱਚੇ ਫਿਰ ਚੰਗੀਆਂ ਪੋਸਟਾਂ ਦੇ ਉੱਤੇ ਬੈਠੇ ਆ। ਯੈਸ, ਉਹ ਸੌਫਟ ਕਾਰਨਰ ਰਹਿੰਦਾ ਹੀ ਰਹਿੰਦਾ। ਤੁਸੀਂ ਜਿੰਨੀ ਮਰਜ਼ੀ ਸੰਵਿਧਾਨ ਦੀ ਸਹੁੰ ਚੱਕ ਲਓ ਕਿਸੇ ਵੀ ਸੰਵਿਧਾਨਿਕ ਅਹੁਦੇ ਤੇ। ਹੁਣ ਇਹਦੇ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਰਮਨ ਜੀ, ਗੱਲ ਇਹ ਆ ਜਦੋਂ ਕੋਈ ਵੀ ਸਰਕਾਰੀ ਮੁਲਾਜ਼ਮ, ਸਰਕਾਰੀ ਅਫਸਰ ਕਿਸੇ ਵੀ ਅਪਰਾਧਿਕ ਦੋਸ਼ ਦਾ ਸਾਹਮਣਾ ਕਰਦਾ ਜਾਂ ਦੋਸ਼ੀ ਪਾਇਆ ਜਾਂਦਾ ਹੈ ਜਾਂ ਇਲਜ਼ਾਮਾਤ ਦਾ ਜਦੋਂ ਸਾਹਮਣਾ ਕਰਦਾ ਉਹ ਸਸਪੈਂਡ ਹੋ ਜਾਂਦਾ ਹੈ, ਦੋਸ਼ੀ ਪਾਇਆ ਜਾਂਦਾ, ਡਿਸਮਿਸ ਹੋ ਜਾਂਦਾ, ਬਰਖਾਸਤ ਹੋ ਜਾਂਦਾ, ਕਈ ਕੁਝ ਹੁੰਦਾ ਜੀ। ਵੀ ਜਦੋਂ ਸਰਕਾਰੀ ਬੰਦਾ ਡਿਸਮਿਸ ਹੋ ਸਕਦਾ ਹੈ, ਨੌਕਰੀ ਤੋਂ ਕੱਢਿਆ ਜਾ ਸਕਦਾ ਹੈ, ਬਿਲਕੁਲ,
ਤੇ ਇਹ ਬੰਦੇ ਕਿਉਂ ਨਹੀਂ ਕੱਢੇ ਜਾ ਸਕਦੇ? ਇਹਨਾਂ ਬੰਦਿਆਂ ਨੂੰ ਵੀ ਬਾਹਰ ਇਹਨਾਂ ਤੋਂ ਬਿਨਾ ਹੋਰ ਹਰ ਇੱਕ ਜਗ੍ਹਾ ਤੇ ਚੀਜ਼ ਲਾਗੂ ਹੁੰਦੀ ਆ। ਇਹਨਾਂ ਨੇ ਉਹੀ ਵੈਕੈਂਸੀਜ਼ ਕ੍ਰੀਏਟ ਕਰਨੀਆਂ ਹੁੰਦੀਆਂ ਨੇ, ਇਹਨਾਂ ਨੇ ਭਰਤੀਆਂ ਕਰਵਾਉਣੀਆਂ ਹੁੰਦੀਆਂ ਨੇ, ਤੇ ਭਰਤੀ ਕਰਵਾਉਣ ਵਾਲੇ ਜਦੋਂ ਬੰਦੇ ਇਹੋ ਜਿਹੇ ਹੋਣਗੇ ਤੇ ਫਿਰ ਥੱਲੇ ਤਾਂ ਉਹੋ ਜਿਹੇ ਬੰਦਿਆਂ ਨੇ ਲੱਗਣਾ ਹੀ ਲੱਗਣਾ। ਕੱਲ ਨੂੰ ਕੋਈ ਡੀਸੀ ਹੈ, ਕੋਈ ਆਈਏਐਸ ਆਫੀਸਰ ਹੈ, ਕੋਈ ਆਈਪੀਐਸ ਹੈ, ਕੋਈ ਕਲਰਕ ਹੈ, ਕੋਈ ਉਹ ਕਦੇ ਵੀ ਕੋਈ ਇਲਜ਼ਾਮ ਦਾ ਜਦੋਂ ਸਾਹਮਣਾ ਹੁਣ ਮੰਨ ਲਓ ਪੁਲਿਸ ਦੀ ਜੌਬ ਬੜੀ ਟਫ ਜੌਬ ਹੈ ਜੀ। ਜੇਕਰ ਪੁਲਿਸ ਚੰਗਾ ਕੰਮ ਕਰਦੇ ਵਾਹ ਤਾਂ ਘੱਟ ਹੈ, ਜੇ ਕੋਈ ਕੰਮ ਉਹਨੂੰ ਕਿਸੇ ਦੇ ਕਹਿਣ ਤੋਂ ਜਦੋਂ ਕੋਈ ਸਰਕਾਰ ਡਿਕਟੇਟ ਕਰਦੀ ਉਹ ਕੰਮ ਕਰਨਾ ਪਵੇ ਤੇ ਸਾਰੀ ਉਮਰ ਦੀ ਕਿਰਕਿਰੀ ਹੋ ਜਾਂਦੀ ਹੈ। ਇੱਕ ਬੰਦੇ ਦੀ ਜਦੋਂ ਡਿਪਾਰਟਮੈਂਟਲ ਖੁੱਲ ਜੇ ਤੇ ਉਹਦੇ ਸਾਰੀਆਂ ਪ੍ਰਮੋਸ਼ਨਾਂ ਰੁਕ ਜਾਂਦੀਆਂ। ਬਿਲਕੁਲ। ਫਿਰ ਜਦੋਂ ਇੱਕ ਵਾਰੀ ਉਹ ਸਸਪੈਂਡ ਹੋ ਜੇ ਕਿੰਨੇ ਉਹਦੇ ਭੱਤੇ ਰੁਕ ਜਾਂਦੇ ਆ। ਤੇ ਇੱਥੇ ਤਾਂ ਤੁਸੀਂ ਚਾਹੇ ਇੱਜ਼ਤਾਂ ਵੀ ਲੁੱਟ ਲਓ, ਇੱਥੇ ਚਾਹੇ ਤੁਸੀਂ ਕਤਲ ਵੀ ਕਰ ਦੋ, ਤੇ ਕਤਲ ਕਰਕੇ ਜੇ ਤੁਹਾਡੇ ਤੇ ਇਲਜ਼ਾਮ ਕੱਲੇ ਲੱਗੇ ਰਹੇ ਤੇ ਦੋਸ਼ ਵੀ ਸਾਬਤ ਨਹੀਂ ਹੁੰਦੇ, ਬੜੀਆਂ ਚਲਾਕੀਆਂ ਵਰਤ ਲਈਆਂ ਜਾਂਦੀਆਂ ਨੇ, ਤਾਂ ਫਿਰ ਇਹ ਬੰਦਿਆਂ ਦੀ ਛਤਰ ਛਾਇਆ ਦੇ ਵਿੱਚ ਕਿਹੋ ਜੀ ਸਮਾਜ ਤੇ ਕਿਹੋ ਜਿਹਾ ਸਿਸਟਮ ਜਨਮ ਲਏਗਾ ਉਹ ਸਾਡੀ ਅੱਖਾਂ ਦੇ ਸਾਹਮਣੇ ਹੈ। ਬਿਲਕੁਲ। ਇਸ ਚੀਜ਼ ਦੇ ਨਾਲ ਹੀ ਅਸੀਂ ਵਾਪਸ ਉਹਨਾਂ ਖਬਰਾਂ ਵੱਲ ਜਾਂਦੇ ਹਾਂ ਜਿਹੜੀਆਂ ਖਬਰਾਂ ਸਾਨੂੰ ਹਰ ਦਿਨ ਡਿਸਕਸ ਕਰਨੀਆਂ ਪੈ ਰਹੀਆਂ, ਔਰ ਪਤਾ ਨਹੀਂ ਇਹਨਾਂ ਦਾ ਜਿਹੜਾ ਰੁਕਣਾ ਕਦੋਂ ਆ, ਪਰਵਾਹ ਕੀ ਆਉਣੀਆਂ ਬੰਦ ਹੋਣ। ਕੈਨੇਡਾ ਦੇ ਵਿੱਚ ਫਿਰ ਤੋਂ ਇੱਕ ਬੱਚੇ ਦੀ ਮੌਤ ਹੋਈ ਹੈ ਹਾਰਟ ਅਟੈਕ ਦੇ ਨਾਲ, ਔਰ ਇੱਕ ਸਿੱਖ ਵਿਦਿਆਰਥੀ ਉਹਦੀ ਪਹਿਚਾਣ ਦੱਸੀ ਗਈ ਹੈ ਕਿ ਉਹਦੇ ਉੱਤੇ ਹਮਲਾ ਹੋਇਆ ਹੈ। ਇਹ ਮੰਜ਼ਰ ਕਿਉਂ ਨਹੀਂ ਬਦਲ ਰਿਹਾ ਤੇ ਕਿਉਂ ਖਬਰਾਂ ਸਾਨੂੰ ਰੋਜ਼-ਰੋਜ਼ ਡਿਸਕਸ ਕਰਨੀਆਂ ਪੈ ਰਹੀਆਂ? ਬੜਾ ਦੁਖਦਾਈ ਆ ਇਹ। ਜਿੰਨੀ ਖਬਰ ਪੜ੍ਹਨੀ ਸੌਖੀ ਹੈ, ਜਿੰਨੀ ਸ਼ਾਇਦ ਕਿਸੇ ਲਈ ਸੁਣਨੀ ਸੌਖੀ ਹੈ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਅਸੀਂ ਜਿਵੇਂ ਇੱਕ ਡਾਕਟਰ ਦੇ ਲਈ ਆਪਰੇਸ਼ਨ ਕਰਨਾ ਇੱਕ ਆਮ ਗੱਲ ਹੈ ਤੇ ਉਹਦੇ ਪਰਿਵਾਰਕ ਬੰਦੇ ਨਹੀਂ ਦੇਖ ਸਕਦੇ, ਇਸੇ ਤਰੀਕੇ ਨਾਲ ਪੱਤਰਕਾਰਾਂ ਨਾਲ ਹੁੰਦਾ, ਖਬਰਾਂ ਆਉਂਦੀਆਂ ਜਾਂਦੀਆਂ ਨੇ। ਪਰ ਹੁਣ ਕਿਸਾਨ ਖੁਦਕੁਸ਼ੀਆਂ ਤੋਂ ਬਾਅਦ, ਕਿਸਾਨ ਕਰਜ਼ੇ ਤੋਂ ਬਾਅਦ ਵਿਦੇਸ਼ਾਂ 'ਚੋਂ ਸਾਡੇ ਧੀਆਂ ਪੁੱਤਾਂ ਦੀਆਂ ਆ ਰਹੀਆਂ ਲੋਥਾਂ ਜਿਹੜੀਆਂ ਨੇ, ਲਾਸ਼ਾਂ ਨੇ, ਉਹ ਬਹੁਤ ਪੀੜਾ ਦਿੰਦੀਆਂ ਨੇ। ਮਨ ਦੇ ਵਿੱਚ ਇੱਕ ਟੀਸ ਉੱਠਦੀ ਆ ਵੀ ਏਦਾਂ ਕਿਉਂ। ਮਿੱਟੀ ਤੋਂ ਦੂਰ ਜਾ ਕੇ ਜਦੋਂ ਲੋਕ ਕੰਮਕਾਰ ਦੀ ਭਾਲ 'ਚ, ਬਿਹਤਰ ਜੀਵਨ ਜਾਚ ਦੀ ਭਾਲ ਦੇ ਵਿੱਚ, ਜਾਂ ਉਚੇਰੀ ਜ਼ਿੰਦਗੀ ਦੀ ਭਾਲ ਦੇ ਵਿੱਚ ਜਦੋਂ ਦੜਮ ਦੇਣੀ ਮੁੱਦੇ ਮੂੰਹ ਡਿੱਗਦੇ ਆ, ਦੁੱਖ ਹੁੰਦਾ। ਭਾਵੇਂ ਉਹਦੇ ਵਿੱਚ ਗਲਤੀਆਂ ਜ਼ਿਆਦਾਤਰ ਜਿਹੜੇ ਆ ਠੱਗ ਜਿਹੜੇ ਬੈਠੇ ਆ ਤੁਹਾਨੂੰ ਲੁੱਟਣ ਵਾਲੇ, ਸਬਜ਼ ਬਾਗ ਦਿਖਾਉਣ ਵਾਲੇ, ਉਹਨਾਂ ਦੀਆਂ, ਕੁਝ ਸਾਡੀਆਂ ਆਪਣੀਆਂ ਤੇ ਸਾਡੇ ਮਾਪਿਆਂ ਦੀਆਂ ਵੀ ਰਹੀਆਂ ਹੋਈਆਂ ਹੁੰਦੀਆਂ ਨੇ ਜੀ। ਸਬਰ ਸੰਤੋਖ ਵਾਲਾ ਪਾਠ ਸ਼ਾਇਦ ਅੱਜ ਕੱਲ ਘੱਟ ਪੜਾਇਆ ਜਾ ਰਿਹਾ, ਸ਼ਾਇਦ ਟਾਈਮ ਵੀ ਨਹੀਂ ਹੈਗਾ। ਬਹੁਤੇ ਮਾਪਿਓ ਕੋਲੇ ਆਪਣੇ ਬੱਚਿਆਂ ਨੂੰ ਦੇਣ ਲਈ ਟਾਈਮ ਨਹੀਂ ਹੈਗਾ, ਉਹਨਾਂ ਕੋਲੇ ਦਫ਼ਤਰਾਂ ਤੋਂ ਬਾਅਦ ਹੋਰ ਬਥੇਰੇ ਰੁਝੇਵੇਂ। ਤੇ ਜਿਹੜੀ ਇੱਕ ਪੁਰਾਣੇ ਸਮਿਆਂ ਦੇ ਵਿੱਚ ਮਾਪਿਓ ਤੋਂ ਇੱਕ ਜਿਹੜੀ ਗੁੜਤੀ ਮਿਲਦੀ ਸੀ, ਇੱਕ ਤਾਂ ਉਹ ਤੋਂ ਬੱਚੇ ਜਿਹੜੇ ਦੂਰ ਹੁੰਦੇ ਜਾ ਰਹੇ ਆ, ਆਪ ਮੁਹਾਰੇ ਹੁੰਦੇ ਜਾ ਰਹੇ ਹੈ, ਪਰਿਵਾਰ ਛੋਟੇ ਹੁੰਦੇ ਜਾ ਰਹੇ ਹੈ, ਇਕੱਲਾਪਣ ਹੁੰਦਾ ਜਾ ਰਿਹਾ ਹੈ। ਇੱਕ ਲਾਪੇ ਦਾ ਜਿਹੜਾ ਕਾਰਨ ਉਹ ਇਹਦਾ ਸਭ ਤੋਂ ਵੱਡਾ ਹੈ ਕਿ ਜਿਹੜੇ ਅਸੀਂ ਇਸ ਜਿਵੇਂ ਹੁਣ ਆ 19 ਸਾਲ ਦਾ ਮੁੰਡਾ ਹੈ ਜਿਹੜਾ ਕਿ ਪਹਿਲੇ ਦਿਨ ਹੀ ਜਿਹੜੀ ਮੌਤ ਹੋ ਗਈ। ਜ਼ਿੰਮੇਵਾਰੀਆਂ ਦਾ ਮੋਢੇ ਉੱਤੇ ਬੋਝ, ਸਿਰ ਤੇ ਮਾਂ-ਬਾਪ ਦੇ ਚੜੇ ਹੋਏ ਕਰਜ਼ੇ ਦੀ ਜ਼ਿੰਮੇਵਾਰੀ ਦਾ ਬੋਝ, ਇਹ ਬੰਦੇ ਨੂੰ ਹਰ ਅੰਦਰ ਧੜਕੂ ਲਾਈ ਰੱਖਦਾ ਕਿ ਮੈਂ ਉਹ ਕਦੋਂ ਉਤਾਰੂੰਗਾ, ਮੈਂ ਕਦੋਂ ਉਤਾਰੂੰਗਾ। ਬਿਲਕੁਲ। ਫਿਰ ਉੱਥੋਂ ਜਾ ਕੇ ਜਦੋਂ ਉੱਥੋਂ ਦੇ ਮੁਲਕਾਂ ਦੇ ਤੁਸੀਂ ਹਾਲਾਤ ਵੇਖਦੇ ਹੋ ਕਿ ਉੱਥੋਂ ਤਾਂ ਇਹ ਲੱਗਦਾ ਸੀਗਾ ਕਿ ਨੋਟ ਡਾਲਰ ਜਿਹੜੇ ਆ ਦਰਖਤਾਂ ਤੇ ਲੱਗੇ ਪਏ ਤੇ ਜਾਂਦੀ ਆਪਾਂ ਕਿੰਨੇ ਦਿਖਾਈ ਹੁੰਦੇ ਆ, ਸਹੀ ਹੈ, ਤੇ ਉਹਨੇ ਤੋੜਨੇ ਸੌਖੇ ਨਹੀਂ ਹੈਗੇ। ਥੱਲੇ ਖਿੰਡੇ ਹੋਏ ਬੇਰੀ ਦੇ ਬੇਰ ਥੋੜੇ ਹੀ ਹੁੰਦੇ ਆ, ਬਾਕੀ ਤਾਂ ਫਿਰ ਉਹ ਤੁਹਾਨੂੰ ਆਪ ਮੁਸ਼ੱਕਤ ਨਾਲ ਤੋੜਦੇ ਪੈਂਦੇ ਆ। ਮੈਂ ਬੇਰੀ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਉਹਦੇ ਨਾਲ ਕੰਡੇ ਹੁੰਦੇ ਆ, ਤੇ ਜਦੋਂ ਤੁਸੀਂ ਉਹ ਡਾਲਰ ਕਮਾਉਣੇ ਆ ਤਾਂ ਨਾਲ ਤੁਹਾਡੇ ਕੰਡੇ ਵਿੱਚੋਂ ਬਣ ਗਏ। ਅਸੀਂ ਦੇਖਿਆ ਮੁੰਡੇ ਉਹ ਸ਼ਿਫਟਾਂ ਕਰਦੇ 12-12 ਘੰਟੇ ਗੱਡੀਆਂ ਦੇ ਟਾਇਰ ਧੋਂਦੇ ਆ, ਖੜੇ ਹੁੰਦੇ ਤੇ ਗੋਡਿਆਂ ਤੋਂ ਖੜਾ ਨਹੀਂ ਹੋਇਆ ਜਾਂਦਾ ਨੌਜਵਾਨ। ਬਿਲਕੁਲ ਸਹੀ। ਸੋ ਇਸ ਤਰੀਕੇ ਦੇ ਨਾਲ ਆਪਾਂ ਪਹਿਲੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਾਡੇ ਬੱਚਿਆਂ ਨੂੰ ਇਹ ਗੱਲ ਸੋਚਣੀ ਪਏਗੀ ਕਿ ਅਸੀਂ ਜਾ ਕਿੱਥੇ ਰਹੇ ਹਾਂ। ਸਾਨੂੰ ਥੋੜੀ ਜਿਹੀ ਰਿਸਰਚ ਕਰਨੀ ਹੋਏਗੀ, ਸਾਨੂੰ ਉੱਥੋਂ ਦੇ ਹਾਲਾਤ ਵੇਖਣੇ ਹੋਣਗੇ। ਅੱਜ ਤਾਂ ਜ਼ਿੰਦਗੀ ਜਿਹੜੀ ਹੈ, ਜਿਹੜਾ ਸੰਸਾਰ ਹੈ ਤੁਹਾਡੀ ਜੇਬ 'ਚ, ਤੁਹਾਡੇ ਮੋਬਾਈਲ ਦੇ ਅੰਦਰ ਪਿਆ। ਬਿਲਕੁਲ। ਦੁਨੀਆ ਭਰ ਨੂੰ ਪਤਾ ਕੈਨੇਡਾ ਦੇ ਅੰਦਰ ਕੀ ਚੱਲ ਰਿਹਾ। ਜਿਸ ਮੁਲਕ ਦੇ ਵਿੱਚ ਰਿਸੈਸ਼ਨ ਦਾ ਦੌਰ ਹੋਵੇ ਉਹ ਮੁਲਕ ਕਦੋਂ ਕਿਸੇ ਨੂੰ ਕਹੇਗਾ ਕਿ ਸਾਡੇ ਮੁਲਕ ਨਾ ਆਓ। ਮੈਂ ਪਹਿਲਾਂ ਵੀ ਦੱਸਿਆ ਸੀਗਾ, ਇੱਕ ਬੱਚਾ ਸਾਲ ਦਾ ਔਸਤਨ 15 ਤੋਂ 20 ਲੱਖ ਲੈ ਕੇ ਜਾਂਦਾ ਹੈ। 2 ਸਾਲ ਦੀ ਸਟੱਡੀ ਦੇ ਪੈਸੇ ਸਾਰੇ GIC ਹੋਰ ਲੈਟਰ ਪਟਰ
30 ਤੋਂ 40 ਲੱਖ ਰੁਪਇਆ ਇੱਕ ਬੰਦੇ ਦਾ ਬਣ ਜਾਂਦਾ। ਬਿਲਕੁਲ। ਮੰਨ ਲਓ ਵੀ ਇੱਥੋਂ 2.5 ਲੱਖ ਵਿਦਿਆਰਥੀ ਹਰ ਸਾਲ ਔਸਤਨ ਕੈਨੇਡਾ ਨੂੰ ਉਡਾਰੀ ਭਰ ਰਿਹਾ ਤੇ 2.5 ਲੱਖ ਨੂੰ ਗੁਣਾ ਤੁਸੀਂ 30 ਲੱਖ ਕਰ ਲਓ ਤੇ ਕਿੱਥੇ ਰਕਮ ਪਹੁੰਚ ਗਈ। ਬਿਲਕੁਲ ਸਹੀ। ਤੁਹਾਡਾ ਪੈਸਾ ਵੀ ਇੱਥੋਂ ਜਾ ਰਿਹਾ, ਬੱਚੇ ਵੀ ਹੱਥੋਂ ਜਾ ਰਹੇ ਨੇ, ਜ਼ਮੀਨ ਜਾਇਦਾਦ ਤੁਹਾਡੀ ਜਾ ਰਹੀ ਹੈ। ਤੇ ਉਸ ਤੋਂ ਬਾਅਦ ਉਹ ਮੁਲਕ ਜਿਹਦੇ ਵਿੱਚ ਪਹਿਲਾਂ ਹੀ ਰਿਸੈਸ਼ਨ ਦਾ ਦੌਰ ਚੱਲ ਰਿਹਾ ਹੈ, ਉਸ ਨੇ ਤਾਂ ਵੱਧ ਤੋਂ ਵੱਧ ਬੁਲਾਉਣਾ ਹੀ ਹੈ, ਉਹਨਾਂ ਦਾ ਪੈਸਾ ਚਾਹੀਦਾ ਉਹਨਾਂ ਦਾ ਆਪਣਾ। ਦੂਸਰੀ ਗੱਲ ਇਹ ਹੈ ਕਿ ਉੱਥੇ ਜਦੋਂ ਟੈਕਸਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੋਵੇ, ਰੋਜ਼ਗਾਰ ਦੇ ਵਿੱਚ ਕਮੀ ਆ ਰਹੀ ਹੋਵੇ, ਤਾਂ ਸਾਡੇ ਬੱਚਿਆਂ ਨੂੰ ਸੋਚਣਾ ਚਾਹੀਦਾ। ਔਰ ਗੱਲ ਇਹ ਹੈ ਕਿ ਮੰਨ ਲਓ ਮੇਰੇ ਘਰ ਦੇ ਵਿੱਚ 2 ਕਮਰੇ ਆ ਤੇ ਮੈਂ ਉਹ 4 ਬੰਦਿਆਂ ਨੂੰ ਕਿਰਾਏ ਤੇ ਦੇ ਸਕਦਾ। ਜੇ 6 ਬੰਦੇ ਕਹਿਣ ਕਿ ਅਸੀਂ ਐਡਜਸਟ ਕਰਕੇ ਰਹਿ ਲਵਾਂਗੇ ਤੇ ਉਸ ਤੋਂ ਬਾਅਦ ਮੈਂ 16 ਤਾਂ ਨਹੀਂ ਰੱਖ ਸਕਦਾ। ਜੇ 16 ਕਹਿਣਗੇ ਵੀ ਭਾਈ ਅਸੀਂ 16 ਨੇ ਰਹਿਣਾ, ਪਰ ਉੱਥੇ ਹਾਲਾਤ ਇਹੋ ਜਿਹੇ ਹੁੰਦੇ ਜਾ ਰਹੇ ਆ, ਘਰ ਮੁੱਕ ਚੁੱਕੇ ਆ, ਉੱਥੋਂ ਦਾ ਇਨਫਰਾਸਟ੍ਰਕਚਰ ਐਡਾ ਨਹੀਂ ਹੈ ਕਿ ਉੱਥੇ ਇੱਕੋ ਦਮ ਜਿੰਨੇ ਹੁਣ ਅੱਗੇ ਵੀਜ਼ੇ ਹੋਣੇ ਤੇ ਜਾਂ ਲੱਗਣਗੇ ਵੀ ਉੱਥੇ ਜਾ ਕੇ ਐਡਜਸਟ ਕਰ ਸਕਣ। ਦੂਜੀ ਗੱਲ ਤੁਸੀਂ ਕੀਤੀ ਕਿ ਜਿਹੜੀ ਅਟੈਕ ਕੀਤਾ ਗਿਆ ਮੁੰਡੇ ਦੇ ਉੱਤੇ, ਉਮਰ ਮਹਿਜ਼ 17 ਸਾਲ। ਤੁਹਾਨੂੰ ਸ਼ਾਇਦ ਵਾਕਿਆ ਤੇ ਯਾਦ ਹੋਊਗਾ, ਮਨਮੀਤ ਅਲੀ ਸ਼ੇਰ ਮੁੰਡਾ ਆਸਟ੍ਰੇਲੀਆ ਦੇ ਵਿੱਚ ਜਿਹਦੇ ਉੱਤੇ ਅਟੈਕ ਹੋਇਆ ਤੇ ਉਹ ਮੁੰਡਾ ਮਾਰਿਆ ਜੀ। ਬੀਬਾ ਪੁੱਤ ਸੀ ਮਾਪਿਆਂ ਦਾ, ਬੜਾ ਕਮਾਊ ਪੁੱਤ ਸੀ, ਪੰਜਾਬ ਦੇ ਪ੍ਰਤੀ ਸੰਜੀਦਾ ਸੀ, ਮੇਲੇ ਕਰਵਾਉਂਦਾ ਸੀ, ਉੱਥੇ ਵੀ ਕਰਾਉਂਦਾ ਸੀ, ਇੱਥੇ ਵੀ ਕਰਾਉਂਦਾ ਸੀ, ਔਰ ਉਹਨੂੰ ਬੜੀ ਸੋਚ ਸੀ ਆਪਣੇ ਪੰਜਾਬ ਦੀ, ਤੇ ਉਹ ਹੇਟ ਕ੍ਰਾਈਮ ਦੇ ਵਿੱਚ ਮਾਰਿਆ ਗਿਆ ਜੀ। ਇਹ ਹੇਟ ਕ੍ਰਾਈਮ ਦਾ ਪਾਰਟ ਹੈ। ਮੈਂ ਕਿਸੇ ਮੁਲਕ ਨੂੰ ਤਾਂ ਨਹੀਂ ਦੋਸ਼ੀ ਬਣਾਉਂਗਾ, ਪਰ ਉੱਥੋਂ ਦੀਆਂ ਸਮੇਂ-ਸਮੇਂ ਦੇ ਨਾਲ ਪੈਦਾ ਹੋ ਰਹੀਆਂ ਜਨਰੇਸ਼ਨਸ ਨੂੰ ਮਿਲ ਰਹੇ ਮਾਹੌਲ ਬਹੁਤ ਵੱਡਾ ਜ਼ਿੰਮੇਵਾਰ ਹੈ ਜੀ। ਅਸੀਂ ਇੱਥੇ ਕਹਿੰਦੇ ਆ ਕਿ ਜੀ ਹੇਟ ਸਪੀਚ ਨਹੀਂ ਹੋਣੀ ਚਾਹੀਦੀ, ਹੇਟ ਕ੍ਰਾਈਮ ਨਹੀਂ ਹੋਣਾ ਚਾਹੀਦਾ, ਜਾਤੀਵਾਦ ਨਹੀਂ ਹੋਣਾ ਚਾਹੀਦਾ, ਨਸਲਵਾਦ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਇਹ ਨਸਲਵਾਦ ਦਾ ਬਿਲਕੁਲ ਜਿਹੜਾ ਇੱਕ ਰੂਪ ਕਹਿ ਸਕਦੇ ਹਾਂ ਇਹ, ਜਿਹੜਾ ਕਿ ਇਸ ਤਰੀਕੇ ਨਾਲ ਜਿਵੇਂ ਅਮਰੀਕਾ, ਕੈਨੇਡਾ, ਇਹਨਾਂ ਦੇ ਕੈਨੇਡਾ ਜਾਂ ਘੱਟ, ਅਮਰੀਕਾ ਥੋੜੇ ਜ਼ਿਆਦੇ ਨੇ ਇਹ ਮਾਮਲੇ ਸ਼ੁਰੂ ਤੋਂ ਆਉਂਦੇ ਰਹੇ ਆ। ਤੇ ਗੁਰਦੁਆਰਾ ਵਿਸਕਾਨਸਿਨ ਵਾਲੀ ਘਟਨਾ ਸੀਗੀ। ਤੇ ਗੱਲ ਇਹ ਹੈ ਕਿ ਉਹ ਤਾਂ ਪੜ੍ਹੇ ਲਿਖੇ ਮੁਲਕ ਨੇ, ਉਹ ਤਾਂ ਅਗਾਂਹ ਵਧੂ ਮੁਲਕ ਨੇ, ਉਹਨਾਂ ਨੂੰ ਤਾਂ ਇਹ ਚੀਜ਼ਾਂ ਤੋਂ ਛੁਟਕਾਰਾ ਹੋ ਜਾਣਾ ਚਾਹੀਦਾ। ਨਹੀਂ, ਬਿਲਕੁਲ ਸਿਆਣੇ ਲੋਕ ਕਹਿੰਦੇ ਆ ਵੀ ਧਰਤੀ ਦਾ ਜਿਹੜਾ ਪਸਾਰਾ ਹੈ ਨਾ, ਇਹਦੇ ਉੱਤੋਂ ਇਹ ਚੀਜ਼ ਨਹੀਂ ਜਿਹੜੀ ਹੈ ਉਹ ਮੁੱਕ ਸਕਦੀ। ਤੁਸੀਂ ਪੜ੍ਹਾਈ ਦੇ ਨਾਲ ਨਾ ਤਾਂ ਕਿਸੇ ਦਾ ਜਾਤੀਵਾਦ ਖਤਮ ਕਰ ਸਕਦੇ, ਨਾ ਨਸਲਵਾਦ ਖਤਮ ਕਰ ਸਕਦੇ, ਨਾ ਈਗੋ ਖਤਮ ਕਰ ਸਕਦੇ। ਇਹ ਤੁਹਾਡੇ ਸੰਸਕਾਰ ਜਿਹੜੇ ਆ, ਜਿਹੜੇ ਤੁਹਾਨੂੰ ਮਿਲਦੇ ਆ, ਤੁਹਾਨੂੰ ਜਿਹੜੀ ਗੁੜਤੀ ਮਿਲਦੀ ਹੈ, ਇਹ ਉਹ ਖਤਮ ਕਰ ਸਕਦੇ ਆ। ਮਨਜੋਤ ਦਾ ਮੈਂ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਮਨਜੋਤ ਸਿੰਘ ਆ, ਜਿਹੜਾ ਪਟਿਆਲੇ ਵਾਲਾ, ਜਿਹਦੀ ਮੌਤ ਹੋਈ ਆ, ਸਿਰਫ 1 ਮਹੀਨਾ ਪਹਿਲਾਂ ਉਹ ਗਿਆ ਹੈਗਾ ਤੇ ਕਲਾਸ ਦੇ ਪਹਿਲੇ ਦਿਨ ਹੀ ਉਹਨੂੰ ਹਾਰਟ ਅਟੈਕ ਆਉਂਦਾ ਤੇ ਉਹਦੀ ਡੈਥ ਹੋ ਜਾਂਦੀ ਆ। ਮਤਲਬ ਕਿਤੇ ਨਾ ਕਿਤੇ ਖਾਣ ਪੀਣ, ਵਾਤਾਵਰਨ ਇੱਕਦਮ ਚੇਂਜ ਹੋ ਜਾਣਾ ਸਾਰਾ। ਆਮ ਤੌਰ ਤੇ ਸਾਡੀ ਕਿਹਾ ਜਾਂਦਾ ਹੈ ਕਿ ਜਦੋਂ ਉੱਧਰ ਬੱਚੇ ਜਾਂਦੇ ਆ ਤੇ ਉਹ ਅਨਾਜ ਨਾਲੋਂ ਕਿਤੇ ਨਾ ਕਿਤੇ ਟੁੱਟ ਜਾਂਦੇ ਆ, ਜਿਹੜਾ ਇੱਕ ਸਾਡਾ ਰੋਜ਼ ਦਾ ਖਾਣ ਪੀਣ ਆ ਬਦਲਵਾਂ। ਸੋ ਬ੍ਰੈਡਸ ਦੇ ਉੱਤੇ ਜੀਣਾ ਤੇ ਉਹੀ ਜਿਵੇਂ ਤੁਸੀਂ ਕਿਹਾ ਕਿ ਫਿਕਰ, ਇਹ ਸਾਰੀਆਂ ਚੀਜ਼ਾਂ ਦੇ ਲਈ ਹੱਲ ਜਿਹੜਾ ਕਿਤੇ ਤੁਹਾਨੂੰ ਲੱਗਦਾ ਕਿ ਚਰਚਾ ਦਾ ਜ਼ਿਆਦਾ ਵਿਸ਼ਾ ਹੋਣਾ ਚਾਹੀਦਾ। ਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਕਿਸਾਨਾਂ ਦੀ ਜਿਹੜੀ ਖਬਰ ਹੁੰਦੀ ਨਾ, ਹੁਣ ਅਖਬਾਰਾਂ 'ਚ ਅਸੀਂ ਨਾਰਮਲ ਲੈਣ ਲੱਗ ਪਏ। 2-3 ਕਿਸਾਨਾਂ ਦੀ ਤਾਂ ਕੱਲ੍ਹ ਹੀ ਸੁਸਾਈਡ ਦੀ ਖਬਰ ਜਿਹੜੀ ਅਖਬਾਰ 'ਤੇ ਸੀ, ਅੱਜ ਵੀ 2 ਸੀਗੀਆਂ। ਕੀ ਹੁਣ ਅਸੀਂ ਇਹਨਾਂ ਖਬਰਾਂ ਨੂੰ ਵੀ ਲਾਈਟ ਲੈਣ ਲੱਗ ਜਾਵਾਂਗੇ ਤੇ ਅਖਬਾਰ ਦੇ ਪੰਨੇ ਪਲਟ ਦਿਆ ਕਰਾਂਗੇ? ਹੁਣ ਸਮੇਂ ਨਾਲ ਹੋਊਗਾ ਤਾਂ ਇਦਾਂ ਹੀ, ਸਮੇਂ ਨਾਲ ਇਸੇ ਤਰ੍ਹਾਂ ਹੋਣਾ ਹੈ, ਕਿਉਂਕਿ ਜਦੋਂ ਤੁਸੀਂ ਇੱਕ ਮਾਹੌਲ ਦੇ ਵਿੱਚ ਲਗਾਤਾਰ ਲੰਮਾ ਸਮਾਂ ਚੱਲਦੇ ਜਾਂਦੇ ਹੋ ਤੇ ਉਸ ਤੋਂ ਬਾਅਦ ਪਾਠਕ ਨੂੰ ਵੀ ਤੇ ਪੇਸ਼ਕਾਰ ਨੂੰ ਵੀ, ਮੇਜ਼ਬਾਨ ਨੂੰ ਵੀ ਇਹੀ ਲੱਗਦਾ ਹੁੰਦਾ ਹੈ ਕਿ ਉਹ ਉਸ ਚੀਜ਼ ਦੇ ਵਿੱਚ ਗੋ ਥਰੂ ਹੋ ਜਾਂਦੇ ਆ ਜੀ, ਉਹ ਆਮ ਲੱਗਣ ਲੱਗ ਜਾਂਦੇ। ਪਰ ਗੱਲ ਇਹ ਆ ਰਮਨ ਜੀ, ਇਹ ਵਰਤਾਰਾ ਇੰਨਾ ਸੌਖਿਆਂ ਹਜ਼ਮ ਨਹੀਂ ਹੋਣਾ। ਮੈਂ ਕਿਸਾਨੀ ਨਾਲ ਗੱਲ ਇਸ ਕਰਕੇ ਜੋੜ ਕੇ ਕੀਤੀ ਆ ਕਿ ਕਿਸਾਨੀ ਦੇ ਵਿੱਚ ਕੀ ਸੀ ਕਿ ਪਿਓ ਮਰਦਾ ਸੀ, ਪੁੱਤ ਅਰਥੀ ਨੂੰ ਮੋਢਾ ਦਿੰਦਾ ਸੀ, ਪਰ ਇੱਥੇ ਵਰਤਾਰਾ ਉਲਟ ਹੈ, ਪੁੱਤ ਮਰਦਾ ਤੇ ਪਿਓ ਅਰਥੀ ਨੂੰ ਮੋਢਾ ਦਿੰਦਾ ਜੀ। ਅੱਖਾਂ ਦੇ ਸਾਹਮਣੇ ਧੀਆਂ ਪੁੱਤਾਂ ਦੇ ਅਰਥੀਆਂ ਚੱਕਣੀਆਂ ਬਹੁਤ ਔਖੀਆਂ ਨੇ। ਜਿਨ੍ਹਾਂ ਨੇ ਡੋਲੇ ਚੱਕਣੇ ਆ, ਜਿਨ੍ਹਾਂ ਨੇ ਘੋੜੀਆਂ ਚੜਾਉਣੀਆਂ ਨੇ, ਜਦੋਂ ਉਹਨਾਂ ਨੂੰ ਅਰਥੇ ਚੱਕਣੇ ਪੈ ਜਾਣ, ਉਹ ਬਹੁਤ ਬਜ਼ੁਰਗ ਅੱਗੇ ਮੈਂ ਪਿੰਡਾਂ 'ਚ ਸੁਣਿਆ ਕਹਿੰਦੇ ਕਿ ਜ਼ਿੰਦਗੀ ਦੇ ਉੱਤੇ ਸਭ ਤੋਂ ਵੱਡਾ ਬੋਝ ਆਪਦੇ ਧੀਆਂ ਪੁੱਤਾਂ ਦੀ ਅਰਥੀ ਨੂੰ ਮੋਢਾ ਦੇਣਾ, ਇਸ ਤੋਂ ਵੱਡਾ ਬੋਝ ਕੋਈ ਨਹੀਂ ਹੁੰਦਾ। ਗੱਲ ਮੈਂ ਹੇਟ ਕ੍ਰਾਈਮ ਦੀ ਵੀ ਕਰ ਰਿਹਾ ਸੀਗਾ, ਥੋੜੀ ਜਿਹੀ ਗੱਲ ਰਹਿੰਦੀ ਸੀ। ਹੇਟ ਕ੍ਰਾਈਮ ਦੇ ਵਿੱਚ ਗੱਲ ਇਹ ਆ ਕਿ ਇਹ ਸੰਸਕਾਰ ਹੁੰਦੇ ਆ, ਉਹ ਅਗਾਂਹ ਵਧੂ ਮੁਲਕਾਂ ਦੇ ਵਿੱਚ ਮਾਪਿਓ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾ ਰਹੇ ਜੀ। ਉਹ ਬੱਚੇ ਨਸ਼ਿਆਂ ਦੇ ਵੱਲ ਜਾ ਰਹੇ ਆ, ਉਹ ਅਜੀਬੋ ਗਰੀਬ ਸੁਸਾਇਟੀ ਦੇ ਵਿੱਚ ਜਾ ਰਹੇ, ਜਿੱਥੇ ਕਲਚਰ ਦਾ, ਭਾਸ਼ਾ ਦਾ, ਹੋਰ ਸਾਰੀਆਂ ਚੀਜ਼ਾਂ ਰਲ ਗੱਡ ਹੋ ਰਿਹਾ ਜੀ।
ਉਹ ਅਜੀਬੋ-ਗਰੀਬ ਤਰੀਕੇ ਦਾ ਬਿਹੇਵ ਕਰਦੇ ਆ। ਮੈਂ ਪਿੱਛੇ ਜੇ ਕਿਸੇ ਦਾ ਅਨੁਭਵ ਪੜ੍ਹ ਰਿਹਾ ਸੀਗਾ, ਫੇਸਬੁੱਕ ਦੇ ਉੱਤੇ ਕਿਸੇ ਨੇ ਪਾਇਆ ਹੋਇਆ ਸੀਗਾ, ਉਹ ਗੱਲ ਪੜ੍ਹ ਕੇ ਸੁਣ ਕੇ ਮੈਂ ਹੈਰਾਨ ਰਹਿ ਗਿਆ, ਸੁੰਨ ਹੋ ਗਿਆ। ਉਸ ਕੁੜੀ ਨੇ ਜ਼ਿਕਰ ਕੀਤਾ ਕਿ ਮੇਰੇ ਬੱਚੇ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਮਤਲਬ ਬਿਹੇਵ ਕਰ ਰਹੇ ਆ ਨਾਲ ਦੇ ਬੱਚੇ, ਤੇ ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਕਿ ਜਦੋਂ ਅਸੀਂ ਉਹਦੀ ਤਹਿ ਤੱਕ ਗਏ, ਜਾ ਕੇ ਦੇਖਿਆ ਕਿ ਉਹ ਬੱਚੇ ਮੇਰੇ ਬੱਚੇ ਨੂੰ ਕਿਉਂ ਕੁੱਟਦੇ ਮਾਰਦੇ ਆ, ਕਦੇ ਉੱਤੇ ਸਪਿਟ ਕਰਦੇ ਆ, ਕਦੇ ਉਹਨੂੰ ਚੜਾਉਂਦੇ ਆ ਜਾਂ ਕੁਝ ਕਰਦੇ ਆ। ਤੇ ਉਹ ਜਿਹੜੇ ਬੱਚੇ ਸੀ ਕਰਨ ਵਾਲੇ, ਉਹਨਾਂ ਦੇ ਅੱਗੇ ਜਿਹੜੇ ਮਾਪਿਓ ਸੀ ਉਹ ਨਸ਼ਿਆਂ ਦੇ ਵਿੱਚ ਗਲਤਾਨ ਸੀ। ਹੁਣ ਜਿਹੜੇ ਸਮਝਾਉਣ ਵਾਲੇ ਨੇ, ਬਿਲਕੁਲ, ਉਹ ਜਦੋਂ ਆਪ ਹੀ ਉਹਨਾਂ ਰਾਹਾਂ ਦੇ ਉੱਤੇ ਤੁਰ ਪਏ ਤਾਂ ਉਹ ਸੁਸਾਇਟੀਆਂ ਅੱਗੇ ਅੱਗੇ ਜਿਹੜੀਆਂ ਨੇ ਇਹ ਸਾਹਮਣਾ ਕਰਨਗੀਆਂ। ਬਿਲਕੁਲ, ਇਸੇ ਕਰਕੇ ਮੈਂ ਕਹਿ ਰਿਹਾ ਵੀ ਸਾਡਾ ਤਾਂ ਇਥੋਂ ਕੱਲਾ ਪੈਸਾ ਨਹੀਂ ਲੁੱਟਿਆ ਜਾ ਰਿਹਾ, ਸਾਡਾ ਸੱਭਿਆਚਾਰ, ਸਾਡੀਆਂ ਸਮਾਜਿਕ ਕਦਰਾਂ ਕੀਮਤਾਂ, ਸਾਡੀ ਜ਼ਮੀਨ ਜਾਇਦਾਦ ਤੇ ਸਾਡੇ ਰਿਸ਼ਤੇ ਸਾਰੇ ਹੀ ਲੁੱਟੇ ਜਾ ਰਹੇ। ਹੁਣ ਅੱਖਾਂ ਮੀਟਿਆਂ ਜਿਹੜਾ ਨਹੀਂ ਸਰ ਸਕਦਾ, ਸਾਨੂੰ ਧਿਆਨ ਦੇਣਾ ਪਊਗਾ ਤੇ ਇਸ ਚੀਜ਼ ਦੇ ਵੱਲ ਗੌਰ ਜਿਹੜੀ ਆ ਜ਼ਰੂਰ ਕਰਨੀ ਹੋਊਗੀ। ਇਹ ਬਿਲਕੁਲ ਸੱਚ ਹੈ ਕਿ ਪਹਿਲਾਂ ਤਾਂ ਇੱਥੋਂ ਜਾਣ ਵਾਲੇ ਬੱਚਿਆਂ ਦੀਆਂ ਉਮਰਾਂ ਛੋਟੀਆਂ ਤੇ ਸਾਹਮਣੇ ਜਦੋਂ ਨਸਲੀ ਵਿਤਕਰੇ ਖਾਸ ਤੌਰ ਤੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹੇਟ ਕ੍ਰਾਈਮ ਦੇ ਜ਼ਰੀਏ ਤੁਹਾਡੇ ਬੱਚਿਆਂ ਦੇ ਉੱਤੇ ਹਮਲੇ ਹੁੰਦੇ ਆ, ਤੇ ਇਹ ਵਾਕਈ ਬਹੁਤ ਮੁਸ਼ਕਲ ਚੀਜ਼ ਹੈ ਕਿ ਜਿਹੜੇ ਬੱਚੇ ਨੂੰ 18 19 20 ਸਾਲ ਦਾ ਪਾਲ ਕੇ ਤੁਸੀਂ ਭੇਜਿਆ ਹੁੰਦਾ ਕਿ ਸੋਹਣੇ ਸੁਪਨੇ ਸਜਾ ਕੇ, ਤੇ ਵਾਪਸ ਜਦੋਂ ਲਾਸ਼ਾਂ ਆਉਂਦੀਆਂ ਤੇ ਪਿੱਛੇ ਮਾਂ-ਬਾਪ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਉਂਦਿਆਂ ਦੇ ਵਿੱਚ ਨਹੀਂ ਰਹਿੰਦੇ। ਸੋ ਇਹ ਦੋਹਰੀਆਂ ਤੇਰੀਆਂ ਜਿਹੜੀਆਂ ਮੌਤਾਂ ਜ਼ਰੂਰ ਹੋ ਰਹੀਆਂ, ਧਿਆਨ ਦੇਣਾ ਇਹਦੇ ਵੱਲ ਜ਼ਰੂਰ ਬਣਦਾ। ਮੈਨੂੰ ਤੇ ਨਵਜੋਤ ਧਾਲੀਵਾਲ ਜੀ ਨੂੰ ਦਿਓ ਇਜਾਜ਼ਤ। ਸ਼ੁਕਰੀਆ।